ਮੈਂ ਤੁਹਾਨੂੰ ਵਹਾਵਾਂ ਨਾ ਤੇ ਇਹਦੇ ਚ ਉਹ ਲੋਕ ਜ਼ਾਹਰ ਹੋਣਗੇ ਤੁਸੀਂ ਸੋਚ ਨਹੀਂ ਸਕਦੇ ਭਾਈਜਾਨ। ਇਹਨੇ ਕਾਪੀ 'ਚ ਕੂੜਾ ਲਿਖਿਆ, ਥੋੜੀ ਜਿਹੀ ਖੜਕਾਉਂਦਾ ਸਮੈਲ ਆਉਣ ਲੱਗ ਪੈਂਦੀ। अस्सलाम वालेकुम नाज़रीन, ਤੁਸੀਂ ਵੇਖ ਰਹੇ ਹੋ ਡੇਲੀ ਪਾਕਿਸਤਾਨ। ਮੈਂ ਹਾਂ ਤੁਹਾਡਾ ਹੋਸਟ ਤੇ ਤੁਹਾਡਾ ਦੋਸਤ ਸ਼ੌਕੀ ਪ੍ਰਾਹੁਣਾ। ਨਾਜ਼ਰੀਨ ਕਿਤੇ ਅੱਛੀ ਗੱਲ ਹੋਵੇ ਜਾਂ ਬੁਰੀ ਗੱਲ ਹੋਵੇ, ਪ੍ਰਾਹੁਣਾ ਉੱਥੇ ਨਾ ਪਹੁੰਚੇ ਕਦੀ ਹੋ ਹੀ ਨਹੀਂ ਸਕਦਾ। ਅੱਜ ਅਸੀਂ ਤੁਹਾਡੀ ਮੁਲਾਕਾਤ ਉਹਨਾਂ ਲੋਕਾਂ ਨਾਲ ਕਰਾਵਾਂਗੇ ਜਿਹੜੇ ਆਪਣਾ ਕੂੜਾ ਕਿਸੇ ਦੇ ਦਰਵਾਜ਼ੇ ਲੱਗੇ ਸੁੱਟ ਦਿੰਦੇ ਨੇ। ਨਾਜ਼ਰੀਨ ਸਾਨੂੰ ਕੂੜਾ ਐਸੀ ਜਗ੍ਹਾ ਸੁੱਟਣਾ ਚਾਹੀਦਾ ਹੈ ਜਿੱਥੇ ਗਵਰਨਮੈਂਟ ਦੇ ਟਰੱਕ ਆਉਣੇ ਇਹਨੂੰ ਦੂਰ ਲੈ ਜਾਣ ਤਾਂ ਕਿ ਜਰਾਸੀਮ ਨਾ ਫੈਲਣ। ਇੱਕ ਬੰਦਾ ਕੂੜੇ ਦਾ ਟਰੱਕ ਲੈ ਕੇ ਜਾ ਰਿਹਾ ਹੈ, ਰਸਤੇ 'ਚ ਇਹਨੂੰ ਸਾਰਜੈਂਟ ਨੇ ਰੋਕ ਲਿਆ। ਕਹਿੰਦਾ ਜੀ ਗੱਡੀ ਦੇ ਕਾਗਜ਼ ਵਿਖਾਓ। ਕਹਿੰਦਾ ਭਾਈ ਜਨ ਕਾਗਜ਼ ਤੇ ਨਹੀਂ ਹੈਗੇ, ਮੇਰਾ ਸਮਾਨ ਲਾ ਲਓ। आओ नाज़रीन ਤੁਹਾਡੀ ਮੁਲਾਕਾਤ ਕਰਾने आओ मेरे नाल। मैं क्या ਤੁਹਾਡੀ ਬਹਿਸ ਕਾਦੀ ਚੱਲ ਰਹੀ ਹੈ ਜਨਾਬੇ ਅਲੀ ਬਹਿਸ ਸਿੱਧੀ ਸਿੱਧੀ ਸ਼ੌਕੀ ਪ੍ਰਾਹੁਣੇ ਚੰਗਾ ਕਾਦੀ ਬਹਿਸ ਇਹ ਵੇ ਕਿ ਇਹ ਪੂਰਾ ਮਹੱਲਾ ਇੱਥੇ ਕੂੜਾ ਸੁੱਟਦਾ ਹੈ ਤੇ ਇਲਜ਼ਾਮ ਲੱਗਦਾ ਹੈ ਮੇਰੇ ਤੇ। ਜਿਹੜਾ ਬੰਦਾ ਇੱਥੇ ਕੂੜਾ ਸੁੱਟਦਾ ਨਾ ਮੈਂ ਉਹਦਾ ਕਾਪੀ ਤੇ ਨਾਂ ਲਿਖਿਆ ਹੈ। ਇਲਜ਼ਾਮ ਤੁਹਾਡੇ ਤੇ ਤਾਂ ਲੱਗਦਾ ਤੁਹਾਡੀ ਸ਼ਕਲ ਹੀ ਪੁਰਾਣੇ ਛਾਪਰਾਂ ਵਰਗੀ ਹੈ। ਕੈਸੀ ਗੱਲ ਕਰ ਰਹੇ ਹੋ ਜਨਾਬ? ਜਿਹੜਾ ਬੰਦਾ ਸੱਚਾ ਹੈ ਉਹਦੇ ਤੋਂ ਤੁਸੀਂ ਛਾਪਰ ਪਾਤੇ ਨੇ। ਅੱਛਾ ਤੁਸੀਂ ਕਾਪੀ 'ਚ ਉਹਨਾਂ ਦੇ ਨਾਂ ਲਿਖਦੇ ਜਿਹੜੇ ਕੂੜਾ ਸੁੱਟਦੇ ਨੇ, ਲੋਕ ਕਮੇਟੀਆਂ ਲਿਖਦੇ ਨੇ, ਤੁਸੀਂ ਕੂੜਾ ਲਿਖ ਰਹੇ ਹੋ। ਉਹ ਜਾ ਕੰਮ ਕਰ ਜਾ ਕੇ ਯਾਰ, ਲੋਕੀ ਇੱਥੇ ਸਾਈਕਲਾਂ ਦਾ ਵੀ ਲਿਖਦੇ ਨੇ ਲੇਕਿਨ ਮੈਂ ਇਸ ਕੂੜੇ ਵਾਲਿਆਂ ਦਾ ਨਾਂ ਲਿਖਿਆ ਜਿਹੜੇ ਸੁੱਟਦੇ ਨੇ। ਇਹ ਵੇਖੋ ਕਿੰਨਾ ਸਿੱਧਾ ਮੂੰਹ ਹੈ। ਉਹ ਵੇਖੋ ਸ਼ੌਕੀ ਜੀ, ਅਸੀਂ ਇਹਨੂੰ ਮੁਅੱਜ਼ਜ਼ ਬੰਦਾ ਸਮਝ ਕੇ ਅੱਗੇ ਲਾਇਆ ਸੀ, ਫਿਰ ਕੀ ਹੋਇਆ? ਇਹਦਾ ਕੰਮ ਨਿਕਲਿਆ ਬਹੁਤਾ ਹੀ ਅੱਗੇ ਨਿਕਲ ਗਿਆ। ਤੂੰ ਮੇਰੇ ਨਾਲ ਅੱਗੇ ਨਿਕਲ ਕੇ ਗੱਲਾਂ ਨਾ ਕਰ, ਮੈਂ ਤੈਨੂੰ ਆ ਦੱਸਾਂ। ਕਾਪੀ ਦੇ ਵਿੱਚ ਵੇਖੋ ਇਹਨਾਂ ਨੇ ਪੂਰੇ ਮਹੱਲੇ ਦੇ ਨਾਂ ਲਿਖੇ ਨੇ। ਮੈਂ ਤੁਹਾਨੂੰ ਵਹਾਵਾਂ ਨਾ ਤੇ ਇਹਦੇ ਚ ਉਹ ਲੋਕ ਜ਼ਾਹਰ ਹੋਣਗੇ ਤੁਸੀਂ ਸੋਚ ਨਹੀਂ ਸਕਦੇ ਭਾਈਜਾਨ। ਇਹਨੇ ਕਾਪੀ 'ਚ ਕੂੜਾ ਲਿਖਿਆ, ਥੋੜੀ ਜਿਹੀ ਖੜਕਾਉਂਦਾ ਸਮੈਲ ਆਉਣ ਲੱਗ ਪੈਂਦੀ। ਮੈਂ ਤੇਰੇ ਲਾਗੇ ਕਾਪੀ ਰੱਖਤੀ ਸਾਰੀ ਜ਼ਿੰਦਗੀ ਭੁੱਖਾ ਮਰ ਜਾਏਗਾ, ਖਾ ਹੀ ਨਹੀਂ ਸਕਦਾ। ਵਜ੍ਹਾ ਕਿਉਂਕਿ ਇਹਦੇ ਚ ਸਮੈਲ ਆਉਂਦੀ ਹੈ। ਹਾਂਜੀ, ਇਹ ਕੂੜਾ ਜਿਹੜਾ ਨਾ ਲਿਖ ਕੇ ਤੋਲ ਕੇ ਸੁੱਟਦਾ ਜੇ। ਕੂੜਾ ਤੋਲਦਾ ਕਿਉਂ? ਇਹ ਕੂੜਾ ਪਾਣੀ ਜਾਂ ਤੁਹਾਡੇ ਘਰ ਦਾ ਸਮਾਨ ਹੈ ਕੋਈ? ਸ਼ਕਲ ਮੈਨੂੰ ਕਬਾੜੀਆ ਲੱਗਦਾ। ਵੇਖੋ ਤੇਰਾ ਮੂੰਹ ਹੈ ਤਾਂ ਮੁਅੱਜ਼ਜ਼ ਬੰਦੇ ਵਾਲਾ। ਮੇਰੀ ਗੱਲ ਸੁਣੋ, ਕਸਾ ਤਾਂ ਰੰਬੀਰ ਦਾ ਮੂੰਹ ਅੱਗੋਂ ਗੱਲਾਂ ਕਰਨਾ ਮੇਰੇ ਨਾਲ। ਰੰਬੀਰ ਕੰਮ। ਉਹ ਭੱਟੀ ਸਾਹਿਬ ਤੁਸੀਂ ਦੱਸੋ ਜਰਾ। ਭੱਟੀ ਸਾਹਿਬ ਦੀ ਸ਼ਕਲ ਇੰਜ ਲੱਗਦੀ ਜਿਵੇਂ ਨਲਾਇਕ ਅੰਗਰੇਜ਼ ਨਹੀਂ ਹੁੰਦਾ। ਜੀ ਜੀ ਤੁਸੀਂ ਬਿਲਕੁਲ ਸਹੀ ਫਰਮਾਇਆ, ਲੇਕਿਨ ਸਾਡੇ ਤੁਸੀਂ ਇਹ ਮਸਲਾ ਕੀ ਹਾਂ ਨਾ ਦਾ ਜਵਾਬ ਦੇ। ਜੀ ਬਿਲਕੁਲ ਹਾਂ ਕੀਤੀ ਜੇ ਮੈਂ। ਰੁੱਸੀ ਨਾਨ ਵਰਗਾ ਮੂੰਹ ਇਹਦਾ, ਰੁੱਸੀ ਨਾਨ ਵਰਗਾ। ਔਰ ਇਹਦੇ ਨਾਲ ਮੈਂ ਕਾਫੀ ਦੇਰ ਤੋਂ ਰੁੱਸੇ ਹਾਂ। ਇਹ ਤਾਂ ਮੈਂ ਤੁਸੀਂ ਇਹਨੇ ਨਨਾਣ ਨੂੰ ਬੈਠੀ ਸੀ। ਆ ਵੇਖੋ ਜੀ, ਹੁਣੇ ਵੀ ਇਹਦੇ ਕੂੜਾ ਹੱਥ 'ਚ ਫੜਿਆ ਹੋਇਆ। ਕੋਈ ਗੱਲ ਹੈ ਕਿ ਅਸੀਂ ਕਹਿੰਦੇ ਮਹੱਲਾ ਸਾਫ਼ ਹੋਵੇ, ਇਹ ਕੂੜਾ ਸੁੱਟ ਕੇ ਆ ਵੇਖੋ। ਨਾ ਕੂੜਾ ਫੜਿਆ ਕਰ, ਜਿਵੇਂ ਦੀ ਤੇਰੀ ਸ਼ਕਲ ਹੈ ਤੇ ਕੂੜਾ ਨਾ ਵੀ ਫੜਿਆ ਹੋਵੇ ਤੇ ਲੋਕ ਤੈਨੂੰ ਗੰਦਾ ਹੀ ਸਮਝਦੇ ਨੇ। ਸ਼ੌਕੀ ਸਾਹਿਬ ਮੈਂ ਤੇ ਗੱਲ ਕਰਾਂਗਾ ਜਿਹੜੀ ਮੇਨ ਕਰਨ ਵਾਲੀ ਹੈ। ਕੀ ਜੀ? ਇਹ ਕਰਦਾ ਪਿਆ ਭਾਈ ਬਕਵਾਸ। ਵਜ੍ਹਾ? ਮੇਰੇ ਨਾਲ 1.5 ਘੰਟੇ ਤੋਂ ਬਹਿਸ ਪਾ ਕੇ ਬੈਠਾ ਹੈ। ਮੈਂ ਬਕਵਾਸ ਕਰ ਰਿਹਾ, ਇਹ ਬਾਂਗੇ ਦਰਾ ਲਿਖ ਰਹੇ ਆ। ਵੇਖੋ ਜ਼ਰਾ। ਸਾਡੇ ਡਾਕਟਰ ਸਾਹਿਬ ਨੇ ਫੈਸਲਾਬਾਦ ਤੋਂ, ਅਸੀਂ ਉਹਨਾਂ ਨਾਲ ਜ਼ਰੂਰ ਗੱਲ ਕਰਾਂਗੇ। ਫੈਸਲਾਬਾਦ ਦੇ ਲੋਕ ਵਿਆਹ ਛੱਡ ਦਿੰਦੇ ਨੇ, ਜੁਗਤ ਨਹੀਂ ਛੱਡਦੇ। ਆਓ ਡਾਕਟਰ ਸਾਹਿਬ ਨਾਲ ਗੱਲ ਕਰੀਏ। ਜੀ ਡਾਕਟਰ ਸਾਹਿਬ। ਸਰ ਮੈਂ ਇਹ ਕਹਿਣਾ ਚਾਹੁੰਦਾ ਕਿ ਕੂੜਾ ਜਿਹੜਾ ਇਹ ਕਿਸੇ ਵੀ ਸੁਸਾਇਟੀ ਲਈ ਠੀਕ ਨਹੀਂ ਹੈ। ਬਹੁਤ ਅੱਛੀ ਗੱਲ ਕਰੇ, ਵਾਹ। ਇਹ ਹੋਈ ਜੇ ਗੱਲ। ਔਰ ਇਹਦਾ ਇਸਤੇਮਾਲ ਜਾਂ ਜਿਹੜਾ ਇਸ ਤਰ੍ਹਾਂ ਤਰੀਕੇ ਨਾਲ ਇਹ ਸੁੱਟਿਆ ਹੋਇਆ, ਇਹ ਮੁਖਤਲਿਫ ਬਿਮਾਰੀਆਂ ਫੈਲਾਉਣ ਦਾ ਬਾਇਸ ਬਣਦਾ, ਜਿਹਦੇ ਵਿੱਚ ਫੇਫੜੇ ਦੀਆਂ ਬਿਮਾਰੀਆਂ ਹੋ ਸਕਦੀਆਂ, ਹੈਪੇਟਾਈਟਸ ਹੋ ਸਕਦਾ, ਹੋਰ ਬਹੁਤ ਸਾਰੀ ਐਂਡੈਮਿਕ ਡਿਜ਼ੀਜ਼ ਜਾਂ ਬਹੁਤ ਸਾਰੀ ਇਸ ਤਰ੍ਹਾਂ ਦੀਆਂ ਮਸਲੇ ਬਣ ਸਕਦੇ ਜਿਹੜੇ ਲੋਕਾਂ ਨੂੰ ਬਹੁਤ ਖਤਰਨਾਕ ਬਿਮਾਰੀਆਂ 'ਚ ਮੁਬਤਲਾ ਕਰ ਸਕਦੇ ਆ। ਤੇ ਲਿਹਾਜ਼ਾ ਲੋਕਾਂ ਨੂੰ ਵੀ ਚਾਹੀਦਾ ਗਵਰਨਮੈਂਟ ਦਾ ਸਾਥ ਦੇਣ ਤੇ ਇਹ ਪੋਲੀਥੀਨ ਬੈਗਸ ਜਿਹੜਾ ਇਹਦਾ ਇਸਤੇਮਾਲ ਨਾ ਕਰਨ। ਜੀ ਦੇਖਿਆ ਨਾਜ਼ਰੀਨ ਕਿੰਨਾ ਨੁਕਸਾਨ ਹੈ ਕੂੜਾ ਸੁੱਟਣ ਦਾ। ਚੰਦ ਬੰਦਿਆਂ ਨੂੰ ਫਾਇਦਾ ਹੁੰਦਾ, ਇਹਨੂੰ ਫਾਇਦਾ ਜੀ ਕੂੜੇ ਦਾ। ਇਹਨੂੰ ਪੁਰਾਣੇ ਕੂੜੇ 'ਚ ਨਵਾਂ ਪੀਜ਼ਾ ਵੀ ਲੱਭ ਜਾਂਦਾ। ਜੀ ਗੱਲ ਭਲਾ ਕੀ ਹੈ? ਔਰ ਇਹ ਤੁਹਾਨੂੰ ਪਤਾ ਗਵਰਨਮੈਂਟ ਛਾਪਰ ਮੈਨੂੰ ਖਵਾਉਣਾ ਹੀ ਮੈਂ ਤੁਹਾਨੂੰ ਪਤਾ ਹੈ ਕਿ ਗਵਰਨਮੈਂਟ ਛਾਪਰ ਬੰਦ ਕਰ ਰਹੀ ਹੈ। ਹਾਂਜੀ। ਇਹ ਭਲਾ ਕਿਉਂ ਕਰ ਰਹੀ ਹੈ? ਕਿਉਂ ਜੀ? ਇਹਨਾਂ ਦੀ ਵਜ੍ਹਾ ਤੋਂ ਕਰ ਰਹੀ। ਉਹਦੇ 'ਚ ਅਗਲੇ ਨੇ ਕਿਹਾ ਸਮਾਨ ਪਾਓ, ਇਹ ਕੂੜਾ ਪਾ ਸੁੱਟਦੇ ਨੇ। ਹਾਂਜੀ, ਐਡੇ ਕੂੜ ਹੋਏ ਬੈਠੇ ਨੇ। ਗਵਰਨਮੈਂਟ ਛਾਪਰ ਬੰਦ ਕਰ ਰਹੀ ਹੈ ਲੇਕਿਨ ਇਹ ਬਕਵਾਸ ਨਹੀਂ ਬੰਦ ਕਰ ਰਿਹਾ। ਇਹ ਦੇਖੋ ਨਾ, ਆ ਕੂੜਾ ਸੁੱਟ ਕੇ ਵੇਖੋ ਕੀੜੇ ਵਰਗਾ ਨਿਕਲ ਆਇਆ। ਆਪਣਾ ਮੂੰਹ ਵੇਖੋ ਹੈ। ਆਪਣਾ ਮੂੰਹ ਰਹੇਗਾ ਕਿਹੜਾ ਡੰਸੀ ਐਮਪੀਆਰ ਦਾ ਮੂੰਹ ਕੱਢਿਆ ਜੀ। ਇਹਦੀ ਗੱਲ ਅੱਛਾ ਬੋਲਦਾ ਇੰਜੇ ਜਿਵੇਂ ਕੂੜੇ 'ਚ ਦਫਨਾਇਆ ਸੀ ਤੇ 6 ਦਿਨ ਬਾਅਦ ਕੱਢਿਆ। ਹਾਂਜੀ, ਇਹਨੂੰ ਕੂੜੇ ਦਾ ਫਾਲਜ ਹੋਇਆ ਜੀ, ਇਸ ਲਈ ਇਹਦੀ ਕੋਈ ਸਮਝ ਨਹੀਂ ਆਉਂਦੀ ਇਹਨੂੰ। ਉਹ ਫਾਲ ਤੇ ਤੈਨੂੰ ਹੋਇਆ ਹਾਂ। ਕੈਸਾ ਤੇਰਾ ਕੁਕੜਾ ਦੀ ਗੋਡੀ ਵਰਗਾ ਮੂੰਹ। ਇਹ ਹਟਦੇ ਨਹੀਂ ਸ਼ੌਕੀ ਸਾਹਿਬ, ਮੇਰੇ ਕੋਲ ਇਹਦਾ ਨਾਂ ਲਿਖਿਆ ਪਿਆ ਹੈ। ਤੇ ਤੁਹਾਨੂੰ ਮੈਂ ਦੱਸ ਦੇਣਾ ਜੀ, ਐਡਾ ਮਹਿੰਗਾ ਸੂਟ ਪਾ ਕੇ ਅੱਜ ਕਾਪੀ ਫੜ ਕੇ ਕੀ ਤੇਰੀ ਜ਼ਿੰਦਗੀ ਕੂੜਾ ਲਿਖਦਾ ਫਿਰ ਰਹੇ ਹੋ। ਔਰ ਇਹਨੇ ਆਪਣੇ ਬੂਹੇ ਤੇ ਬਾਹਰ ਲਿਖਵਾਇਆ ਹੈ, ਕੀ ਜੀ? ਕੂੜਾ ਸਪੈਸ਼ਲਿਸਟ। ਸਮਝ ਆਈ ਨਾ? ਹੁਣ ਤੇ ਆਪਣੀ ਫਿਲਮ ਬਣਾ ਰਿਹਾ ਹੈ, ਕਿਹੜੀ? ਕੂੜਾ ਮੇਰੇ ਵੀਰ ਦਾ। ਕਿਆ ਕਹਿੰਦੇ ਤੁਹਾਡੇ, ਤੁਸੀਂ ਆਏ ਹੋ ਸਾਡੀ ਹੈਲਪ ਕਰਨ ਵਾਸਤੇ। ਮੈਂ ਤੇ ਮੁਕਾਬਲੇ ਤੇ ਫਿਰ ਫਿਲਮ ਬਣਾਵਾਂਗਾ। ਕਿਹੜੀ? ਕੂੜੇ ਦਾ ਖੜਾਕ। ਇੱਕ ਮਿੰਟ ਜੀ ਭਾਈ ਜੀ, ਇੱਕ ਮਿੰਟ। ਕੀ ਹੋਇਆ ਜੀ? ਭਾਈ ਜੀ ਕਾਲ ਆ ਰਹੀ। ਇਹ ਵੇਖੋ। ਹੈਲੋ, ਇਹ ਕਿੰਨਾ ਦਾ ਬੱਚਾ ਹੈ? 4 ਛਾਪਰ ਨੇ ਕੂੜੇ ਦੇ ਕੋ। ਇਹਨੂੰ ਗਲੀ ਦੀ ਨੁੱਕਰ ਨਹੀਂ ਟੱਪਣ ਦੇਣੀ। ਮੈਂ ਕੂੜਾ ਇਹਨਾਂ ਦੇ ਬੂਹੇ ਅੱਗੇ ਸੁੱਟਾਂਗਾ। ਇਹ ਸਾਡੇ ਬੂਹੇ ਅੱਗੇ ਸੁੱਟਣ ਆ ਰਹੇ ਨੇ। ਬੰਦ ਕਰ, ਮੈਂ ਹੁਣੇ ਆ ਰਿਹਾ। ਇਹ ਵੇਖਿਆ ਜੇ ਮੈਨੂੰ ਕਾਲ ਆਈ ਹੈ ਮਹੱਲੇ ਦੇ ਵਿੱਚੋਂ ਕਿ ਕੂੜਾ ਇਹਨਾਂ ਦਾ ਬੱਚਾ ਸੁੱਟਣ ਆ ਰਿਹਾ ਹੈ ਤੇ ਨਾਮ ਮੇਰਾ ਲਾ ਰਹੇ ਨੇ। ਕੀ ਤੇਰੀ ਜ਼ਿੰਦਗੀ ਹੈ? ਲੋਕ ਗੋਸ਼ਤ ਦੀ ਸਮੈਲ ਨਾਲ ਲਾਉਂਦੇ ਨੇ, ਸੇਵੀਆਂ ਦੀ ਸਮੈਲ ਨਾਲ, ਤੈਨੂੰ ਕੂੜੇ ਦੀ ਸਮੈਲ ਨਾਲ ਖਿੱਚਿਆ ਉਹਨਾਂ ਦੀ।
ਸ਼ੌਕੀ ਪ੍ਰਾਹੁਣਾ ਇਹਨਾਂ ਦਾ ਬੱਚਾ ਕੂੜਾ ਸੁੱਟਣ ਆ ਰਿਹਾ, ਇੱਧਰ ਬਿੱਲੀ ਦਾ ਬੱਚਾ ਸੁੱਟਣ ਦਾ ਮੈਂ ਇਤਰਾਜ਼ ਨਹੀਂ ਕੀਤਾ। ਤੇ ਤੈਨੂੰ ਮੁਬਾਰਕ ਹੋਵੇ ਤੇਰਾ ਬੱਚਾ ਕੂੜਾ ਸੁੱਟ ਰਿਹਾ। ਕੂੜਾ ਉਹ ਕਿੱਡਾ ਕੂੜੇ ਹੋ ਤੂੰ ਕੂੜਾ, ਇਹਨੂੰ ਸਮਝਾ ਜੋ ਕਿ ਪ੍ਰਾਹੁਣਾ ਜੀ। ਯਾਰ ਭੱਟੀ ਸਾਹਿਬ ਨਾਲ ਵੀ ਗੱਲ ਕਰੋ, ਚੁੱਪ ਕਰਕੇ ਖਲੋਤੇ ਪਤਾ ਕਰੋ ਜਿਉਂਦੇ ਨਹੀਂ ਹੈ ਮਰ ਗਏ ਨੇ। ਜੀ ਇਹ ਕੂੜੇ ਦੇ ਉੱਤੇ ਫਿਲਮਾਂ ਬਣਾ ਰਹੇ ਨੇ। ਹਾਂਜੀ। ਉਹਨੇ ਫਿਲਮ ਬਣਾਈ ਕੂੜਾ ਮੇਰੇ ਵੀਰ ਦਾ। ਜੀ ਇਹ ਮੇਰੇ ਕਹਿਣ ਦਾ ਮਤਲਬ ਹੈ ਅਸੀਂ ਤੇ ਆਪਣੇ ਇਲਾਕੇ 'ਚ ਚਾਹੁੰਦੇ ਹਾਂ ਕਿ ਸਾਫ਼ ਸੁਥਰੀ ਸਫਾਈ ਸਫੂਈ ਹੋਵੇ। ਸਵੇਰੇ ਉੱਠ ਕੇ ਝਾੜੂ ਲੈ ਕੇ ਨਿਕਲ ਪਿਆ ਕਰੋ। ਇਹਨਾਂ ਨੂੰ ਤਾਂ ਤੁਸੀਂ ਰੱਖਿਆ ਹੈ। ਨਹੀਂ ਤੇ ਸ਼ੌਕੀ ਸਾਹਿਬ ਜੀ ਤੁਹਾਡੇ ਕੋਲ ਟਾਈਮ ਹੋਏ ਤੇ ਤੁਸੀਂ ਆਜੋ, ਵਿਹਲੇ ਹੀ ਹੁੰਦੇ ਜੇ। ਤੁਹਾਨੂੰ ਕਿਹੜੀ ਮੌਤ ਪਈ, ਤੁਹਾਡਾ ਤੇ ਕੜੇ ਵਾਲਾ ਝਾੜੂ ਹੈ। ਆ ਤੁਸੀਂ ਵੀ ਕਰ ਲਿਆ ਕਰੋ ਸਫਾਈ, ਤਾਂ ਤੁਸੀਂ ਕਦੋਂ ਟੁੰਡੇ ਹੋ? ਤੁਹਾਡੇ ਕੋਲ ਝਾੜੂ ਨਹੀਂ ਹੈਗਾ ਤੇ ਤੁਸੀਂ ਇਹ ਲੈ ਜਾ ਸਕਦੇ ਹੋ। ਤੁਸੀਂ ਗੱਲਾਂ ਕਰਦੇ ਪਏ ਹੋ, ਮੇਰਾ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ। ਕਿਉਂ ਜੀ? ਮੇਰਾ ਘਰ ਕਰੋੜਾਂ ਦਾ ਸੀ, ਇਹ ਕੂੜੇ ਦੀ ਵਜ੍ਹਾ ਨਾਲ ਟਕੇ ਦਾ ਨਹੀਂ ਰਿਹਾ। ਨਹੀਂ ਤੁਹਾਡੀ ਵੀ ਗਲਤੀ ਹੈ। ਕੂੜਾ ਜਿਹੜਾ ਐਸੀ ਜਗ੍ਹਾ ਤੇ ਸੁੱਟਣਾ ਚਾਹੀਦਾ ਜਿੱਥੇ ਗਵਰਨਮੈਂਟ ਦੂਰ ਲੈ ਜਾਏ ਤਾਂ ਕਿ ਜਰਾਸੀਮ ਨਾ ਫੈਲਣ। ਅਗਰ ਜਰਾਸੀਮ ਜੀ ਹੋਣਗੇ ਤੇ ਫਿਰ ਬੱਚੇ ਇਹੋ ਜਿਹੇ ਹੀ ਹੋਣਗੇ। ਇਹ ਬੜਾ ਸਿਹਤਮੰਦ ਸੀ ਜਨਾਬ। ਹੋਇਆ ਕੀ? ਬਹੁਤ ਸਿਹਤਮੰਦ ਸੀ। ਇਹ ਕੂੜੇ ਦੀ ਸਮੈਲ ਲੈ ਲੈ ਕੇ ਇਸ ਤਰ੍ਹਾਂ ਦਾ ਹੋ ਗਿਆ। ਹਾਂਜੀ। ਇੰਨੀ ਸਮੈਲ ਸੁੰਗੀ ਹੈ। ਔਰ ਇਹ ਵੇਖੋ ਨਾ ਕਿੱਡਾ ਸਿਹਤਮੰਦ ਹੋ ਗਿਆ, ਕੂੜਾ ਸੁੰਘ ਕੇ ਹੋਇਆ। ਪੁਰਾਣੇ ਫਰੂਟ ਸੁੰਘਦਾ ਜੇ ਵਿੱਚੋਂ। ਅੱਛਾ ਜੀ। ਹਾਂਜੀ, ਸੇਬ ਸੁੰਘ ਲਿਆ, ਅੰਬ ਸੁੰਘ ਲਿਆ, ਅਚਾਰ ਸੁੰਘ ਲਿਆ। ਵੇਖੋ ਉਹਦੀ ਸਿਹਤ ਤੇ ਵੇਖੋ ਜ਼ਰਾ। ਮੈਨੂੰ ਕੂੜਾ ਇੰਜ ਲੱਗ ਰਿਹਾ ਜਿਵੇਂ ਬੰਦਿਆਂ ਨੂੰ ਦੇਸੀ ਘਿਓ ਨਹੀਂ ਲੱਗਦਾ। ਮੇਰਾ ਤੇ ਵਾਅਦਾ ਜੀ ਸ਼ੌਕੀ ਪ੍ਰਾਹੁਣਾ ਜੀ, ਕੀ? ਮੈਂ ਤੇ ਅੱਜ ਤੋਂ ਬਾਅਦ ਕਿਸੇ ਦੇ ਬੂਹੇ ਅੱਗੇ ਕੂੜਾ ਨਹੀਂ ਸੁੱਟਾਂਗਾ, ਬਲਕਿ ਸਾਨੂੰ ਸਾਰਿਆਂ ਨੂੰ ਰਲ ਕੇ ਵਾਅਦਾ ਕਰਨਾ ਚਾਹੀਦਾ। ਅਸੀਂ ਇੱਕ ਦੂਸਰੇ ਦੇ ਘਰਾਂ ਦੇ ਅੱਗੇ ਕੂੜਾ ਸੁੱਟਣ ਦੀ ਬਜਾਏ ਕਿਸੇ ਐਸੀ ਜਗ੍ਹਾ ਤੇ ਸੁੱਟੀਏ ਸਾਡਾ ਸੋਹਣਾ ਪਾਕਿਸਤਾਨ ਖੂਬਸੂਰਤ ਹੋ ਜਾਏ। ਲਓ ਜੀ, ਮੈਂ ਤੁਹਾਡੇ ਨਾਲ ਵਾਅਦਾ ਕਰਨਾ ਵਾਂ ਜਨਾਬ, ਅਗਰ ਇਹ ਕੂੜਾ ਬਾਹਰ ਮਹੱਲੇ 'ਚੋਂ ਸੁੱਟ ਕੇ ਆਣਗੇ ਜਿੱਥੇ ਬਾਸਕਟ ਲੱਗੀ ਹੈ, ਹਾਂਜੀ। ਤੇ ਮੈਂ ਵੀ ਕੂੜਾ ਉੱਥੇ ਹੀ ਸੁੱਟਾਂਗਾ। ਇਹਦੇ ਨਾਲ ਇਹ ਹੋਏਗਾ ਕਿ ਸਾਡਾ ਗਲੀ ਮਹੱਲਾ ਵੀ ਸਾਫ਼ ਹੋਏਗਾ ਤੇ ਸਾਡਾ ਸੋਹਣਾ ਪਾਕਿਸਤਾਨ ਵੀ ਸਾਫ਼ ਹੋਏਗਾ। ਤੇ ਜੇ ਸਾਡਾ ਸੋਹਣਾ ਪਾਕਿਸਤਾਨ ਸਾਫ਼ ਹੋਏਗਾ ਤੇ ਇਹ ਬੱਚੇ ਸਾਡੇ ਆਉਣ ਵਾਲਾ ਮੁਸਤਕਬਲ ਨੇ, ਇਹ ਵੀ ਸਿਹਤਮੰਦ ਤੇ ਉਹ ਖੁਸ਼ਹਾਲ ਹੋਣਗੇ। ਨਾਜ਼ਰੀਨ ਤੁਸੀਂ ਦੇਖਿਆ, ਇਹ ਵੀ ਕੂੜਾ ਨਹੀਂ ਸੁੱਟਣਗੇ ਤੇ ਇਹ ਵੀ ਕੂੜਾ ਨਹੀਂ ਸੁੱਟਣਗੇ। ਇਹਦਾ ਮਕਸਦ ਕਿ ਸ਼ੌਕੀ ਪ੍ਰਾਹੁਣੇ ਦੇ ਆਉਣ ਦਾ ਮੁੱਲ ਮੁੜ ਗਿਆ। ਨਾਜ਼ਰੀਨ, ਅਸੀਂ ਆਪਣਾ ਕੂੜਾ ਚੁੱਕ ਕੇ ਨਾਲ ਦੇ ਦਰਵਾਜ਼ੇ ਲਾਗੇ ਰੱਖ ਲੈਂਦੇ, ਉਹ ਅਗਲੇ ਦੇ ਦਰਵਾਜ਼ੇ ਲਾਗੇ ਰੱਖ ਲੈਂਦਾ। ਅਗਰ ਅਸੀਂ ਸਾਰੇ ਕੂੜਾ ਚੁੱਕ ਕੇ ਉੱਥੇ ਸੁੱਟੀਏ ਜਿੱਥੇ ਜਗ੍ਹਾ ਬਣੀ, ਸਾਡਾ ਪਿਆਰਾ ਪਾਕਿਸਤਾਨ ਸਾਫ਼ ਤੇ ਸ਼ਫਾਫ ਹੋ ਸਕਦਾ ਹੈ। ਹੱਸਦੇ ਰਹੋ, ਮੁਸਕਰਾਉਂਦੇ ਰਹੋ, ਸਲਾਮਤ ਰਹੋ ਤੇ ਵੇਖਦੇ ਰਹੋ ਸ਼ੌਕੀ ਪ੍ਰਾਹੁਣਾ।